श्री वाहिगुरु। सतनाम श्री वाहिगुरु। राम गयो रावण गयो, जाको बहु परवार। कहो नानक थिर कछ नहीं, सुपने ज्यो संसार। चिंता ताकी कीजिए, जो अनहोनी होए। इहो मार्ग संसार को, नानक थिर नहीं कोई। जो पजो सो बिनस है, परो आज कै काल। नानक हर गुण गाए ले, छाड़ सगल जंजाल। बाल जवानी अर बिरद पुनो, तीन अवस्था जान। कहो नानक हर भजन बिना, बिरथा सब ही मान। रहन न पावै जी सुर नर देवा, सुर नर देवा। रहन न पावै जी सुर नर देवा, सुर नर देवा। रहन न पावै जी सुर नर देवा, सुर नर देवा। रहन न पावै जी सुर नर देवा, सुर नर देवा। रहन पावै सुर नर देवा, रहन पावै सुर नर देवा। रहन पावै सुर नर देवा, रहन पावै सुर नर देवा। रहन पावै सुर नर देवा, रहन पावै सुर नर देवा। रहन पावै सुर नर देवा, रहन पावै सुर नर देवा। रहन पावै जी सुर नर देवा, सुर नर देवा। रहन पावै जी सुर नर देवा, सुर नर देवा।
रहन न पावे सुर नर देवा। ऊठ सिधारे कर मुन जन सेवा। जीवत पेखे जिनि हर हर ध्याया। साध संग तिनि दर्शन पाया। बादशाह सा व्यापारी मरना। जो दिसै सो कालै करना। कूड़ै मोह लपट लपटाना। छोड़ चलिया तां फिर पछताना। किरपा निधान नानक को करो दात। नाम तेरा जपी दिन रात। रहन ना पावै सुर नर देवा। ऊठ सिधारी कर मुन जन सेवा। राणा रहु न कोर है रंग न तुंग फकीर। वारी आपो अपनी कोई ना बंदै तीर। फरीदा मेखा अगलियां जिंद ना काई मेख। वारी आपो अपनी चले मसाइक सेखो। रहन न पावे जी सुर नर देवा। सुर नर देवा न पावे जी सुर नर देवा। सुर नर देवा रहना पावे जी सुर नर देवा। सुर नर देवा रहना पावे जी सुर नर देवा। सुर नर देवा सिधारी कर मुन जन सेवा। उठ सिधारी कर मुन जन सेवा। उठ सिधारी कर मुन जन सेवा। उठ सिधारी कर मुन जन सेवा। उड़तेदार 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 कर मुन जन सेवा। रहना पावे जी सुर नर देवा। सुर नर देवा रहना पावे जी सुर नर देवा। सुर नर देवा रंग ना तुग फकीर। वारी आपो अपनी कोई ना बिंदा तीर। परम सत्कारयोग सतगुरां दी साजी नवाजी गुरु स्वरूप गुरु खालसा साध संगत जी,
ਆਪ ਜਿਤਨੀਆਂ ਵੀ ਗੁਰਸਿੱਖ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਆਪਣੇ ਕਾਰਾਂ ਵਿਹਾਰਾਂ ਨੂੰ ਪਿੱਛੇ ਛੱਡ ਕੇ ਕਾਫੀ ਸਮੇਂ ਤੋਂ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਵ ਕਲਾ ਭਰਪੂਰ ਬਾਣੀ ਕੇ ਬੋਹਿਤ ਗੁਰੂਆਂ ਦੇ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੀ ਬੈਰਾਗਮਈ ਗੁਰਬਾਣੀ ਦੇ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਲੇਖੇ ਵਿੱਚ ਲਾ ਰਹੇ ਹੋ। ਸੋ ਥੋੜ੍ਹਾ ਜਿਹਾ ਸਮਾਂ ਆਪਣੇ ਕੋਲ ਹੋਰ ਹੈ। ਜਿਤਨੀਆਂ ਵੀ ਗੁਰਸਿੱਖ ਸੰਗਤਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਪਹੁੰਚ ਰਹੀਆਂ ਹਨ, ਸਾਰੇ ਹੀ ਆਪਣੇ ਬਾਰੀ ਅਨੁਸਾਰ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਮਾਈਆਂ ਵਾਲੇ ਪਾਸੇ ਮਾਈਆਂ ਬੀਬੀਆਂ ਔਰ ਭਾਈਆਂ ਵਾਲੇ ਪਾਸੇ ਭਾਈ ਬੈਠਣ ਦੀ ਕਿਰਪਾਲਤਾ ਕਰੋ। ਜਿਤਨੀਆਂ ਵੀ ਗੁਰਸਿੱਖ ਸੰਗਤਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਬੈਠੀਆਂ ਹਨ, ਆਪਣੀ ਰਸਨਾ ਨੂੰ ਪਵਿੱਤਰ ਕਰਨ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਬਖਸ਼ਿਆ ਹੋਇਆ ਨਾਰਾ ਫਤਿਹ ਦਾ ਸਾਰੇ ਹੀ ਬੁਲੰਦ ਕਰੋ। ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਬ ਸਾਧ ਸੰਗਤ ਜੀ, ਆਪਣੇ ਵਿੱਚੋਂ ਸਤਿਕਾਰਯੋਗ ਸਰਦਾਰ ਪਾਲ ਸਿੰਘ ਜਿਤਨੇ ਸਵਾਸ ਦੇ ਕੇ ਗੁਰੂ ਸਾਹਿਬ ਜੀ ਨੇ ਸੰਸਾਰ 'ਤੇ ਭੇਜਿਆ ਸੀਗਾ, ਸਵਾਸਾਂ ਨੂੰ ਪੂਰਾ ਕਰਦਿਆਂ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੇ ਭਲੇ ਵਾਸਤੇ, ਆਤਮਿਕ ਸ਼ਾਂਤੀ ਵਾਸਤੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਹੁਕਮ ਹੈ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕਿ ਸੋ ਗੋਪਾਲ ਪੰਡਤ ਸੱਦੇ ਹੋ ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਕਿ ਪੁਰਾਣੀ ਦੇ ਚੜ੍ਹਾਈ ਕਰਨ ਤੋਂ ਬਾਅਦ ਪਰਿਵਾਰ ਨੇ ਗੁਰਬਾਣੀ ਦੇ ਹੁਕਮ ਅਨੁਸਾਰ ਗੁਰਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ, ਗੁਰੂ ਕੇ ਲੰਗਰਾਂ ਦੀ ਸੇਵਾ ਕਰਕੇ ਜੀਵ ਦੇ ਭਲੇ ਵਾਸਤੇ ਅਰਦਾਸ ਕਰਨੀ। ਇਹ ਸਾਨੂੰ ਸਾਰਿਆਂ ਨੂੰ ਹੁਕਮ ਹੈ। ਸੋ ਗੁਰੂ ਮਹਾਰਾਜ ਪਾਤਸ਼ਾਹ ਜੀ ਬਾਣੀ ਦੇ ਵਿੱਚ ਸਾਨੂੰ ਉਪਦੇਸ਼ ਕਰਦੇ ਆ ਕਿ ਜਿਹੜਾ ਸੰਸਾਰ ਹੈ, ਇਹਦੀ ਰਚਨਾ ਜਿਹੜੀ ਹੈ ਉਹ ਝੂਠ ਹੈ, ਭਾਵ ਕਿ ਨਾ ਰਹਿਣ ਵਾਲੀ ਹੈ। ਇੱਥੇ ਕੋਈ ਰਿਹਾ ਨਹੀਂ, ਕਿਸੇ ਨੇ ਰਹਿਣਾ ਨਹੀਂ ਸਰੀਰ ਕਰਕੇ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਪਾਵਨ ਬਚਨ ਹਨ, ਜਗ ਰਚਨਾ ਸਭ ਝੂਠ ਹੈ, ਜਾਨ ਲਿਹੋਰੇ ਮੀਤ, ਕਹਿ ਨਾਨਕ ਥਿਰਨਾ ਰਹਿ, ਜਿਉਂ ਬਾਲੂ ਕੀ ਪੀਤ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਮਝਾਉਂਦੇ ਆ ਸੰਸਾਰ ਦੀ ਰਚਨਾ ਝੂਠੀ ਹੈ। ਝੂਠਾ ਉਸ ਵਸਤੂ ਨੂੰ ਕਿਹਾ ਜਾਂਦਾ ਹੈ ਜਿਹੜੀ ਚੀਜ਼ ਹੈ ਨਹੀਂ, ਆਪਾਂ ਕਹੀ ਜਾਈ ਵੀ ਹੈਗੀ ਹੈ। ਜਦੋਂ ਪਤਾ ਲੱਗੇ ਆਪਾਂ ਕਹਾਂਗੇ ਤੂੰ ਝੂਠ ਬੋਲ ਰਿਹਾ ਸੀਗਾ, ਵੀ ਇਹ ਵਸਤੂ ਤਾਂ ਹੈ ਹੀ ਨਹੀਂ, ਉਹਨੂੰ ਝੂਠ ਕਹਿੰਦੇ ਆ। ਇਹ ਸੰਸਾਰ ਦੀ ਜਿਹੜੀ ਰਚਨਾ ਹੈ, ਇਹ ਅਕਾਲ ਪੁਰਖ ਵਾਹਿਗੁਰੂ ਨੇ ਰਚੀ ਹੈ। ਪਹਿਲਾਂ ਨਹੀਂ ਸੀਗੀ, ਹੁਣ ਹੈ। ਸਮਾਂ ਪਾ ਕੇ ਮਹਾਰਾਜ ਜੀ ਕਹਿੰਦੇ ਨਹੀਂ ਹੋਵੇਗੀ। ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਦ੍ਰਿਸ਼ਟਮਾਨ ਤੋਂ ਭਾਵ ਹੁੰਦਾ ਜਿਹੜੀ ਦਿਖਣ ਵਾਲੀ ਚੀਜ਼ ਹੈ, ਅੱਜ ਹੈ ਕੱਲ੍ਹ ਨੂੰ ਨਹੀਂ ਹੋਏਗੀ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੋ ਪ੍ਰਮਾਣ ਦਿੰਦੇ ਆ ਇੱਕ ਸ਼ਲੋਕ ਵਿੱਚ। ਇੱਕ ਤਾਂ ਆਪਾਂ ਨੂੰ ਕਹਿੰਦੇ ਆ ਵੀ ਰਚਨਾ ਜਿਹੜੀ ਹੈ ਝੂਠੀ,
झूठी तां है अज जीवन है जिहड़ा बोल रहा है, क्रिया कर्म कर रहा है, तो कल नूं ये शरीर जिहड़ा ये होवेगा नहीं। इस करके संसार की रचना झूठी है, जिहड़ी पहलां सीगी कुछ समा अज नहीं है। दूजी पंक्ति विच महाराज जी कहंदे ने, कह नानक थिर नार है ज्यों बालू की पीत। सच्चे पातशाह जी कहंदे जिवें बालू कहंदे ने रेता नूं, समुंदर ते किनारे रेता दा घर बनाया होवे, वो कहंदे किन्ना कुछ चिर महाराज जी कहंदे खड़ा रह सकदा। रेता जिहड़ी खुर जांदी है, इस तरह ही महाराज जी कहंदे शरीर जिहड़ा है भी रहना नहीं है। कह नानक थिर नार है ज्यों बालू की पी। जिवें रेता दा बनाया हुआ घर थोड़ा चिर वास्ते बहुता चिर नहीं टिकिया करदा, इस तरह महाराज जी कहंदे शरीर ने भी तेरे कोले बहुता चिर नहीं रहना। होर अगे चलीए, गुरु महाराज पातशाह जी कहंदे ने कि संसार जिहड़ा है ये बिनसनहार है। जिवें कागज दे उत्ते पानी दीयां बूंदां पै जांदियां, कागज गल जांदा है, ज्यों कागज बूंदारे। इस तरह ही कहंदे आ शरीर जिहड़ा है ये बहुता चिर इत्थे है नहीं संसार ते। ये जन्म भूमि है संसार, जिथे जन्म होया, कर्म भूमि है जिथे असीं कर्म करते हाँ, ते इत्थे ही शरीर ने छड्ड जाना है। इस करके संसार जिहड़ा है महाराज जी कहंदे ने ये मिथ्या है, ना रहन वाली वस्तु है। आपां गुरु साहिब जी का बचन पढ़िया, रहन ना पावै सुर नर देवा। महाराज जी कहंदे ने बड़े बड़े देवते सुर नर रहन ना पावै सुर नर देवा। देवते सूरमे ते नर, ये संसार उत्ते महाराज जी कहंदे ने कोई भी संसार दे उत्ते रहन ना पावै सुर नर देवा। समा पा के ऊठ सिधारे कर मुन जन सेवा। मुनि जन जिन्हां ने साधना की, बंदगी की, सिमरन किया, पर समा पा के महाराज जी कहंदे ने वो भी चले गए। ऊठ सिधारे कर मुन जन सेवा। बड़े बड़ियां दा प्रमाण दिंदे आ महाराज जी, कहंदे इत्थे देवी देवते सूरमे सारे संसार तो चले गए, कोई रहा नहीं, किसी ने रहना नहीं। ऊठ सिधारे कर मुन जन सेवा। जीवत पेखे जिनी हर हर ध्याया। जब संसार ते आए आ, संसार तो चले जाना है, फिर महाराज जी कहंदे इत्थे आण दा की मनोरथ होया, इत्थे आण दा एम की है, मैथड की है। जीवत पेखे जिनी हर हर ध्याया। जिउंदियां जी कहंदे जिन्हां ने सिमरन किया, बाणी दा जाप किया, सतसंगत की जिन्हां ने, वो सच्चे पातशाह जी कहंदे ने मर के भी मरदे नहीं। जीवत पेखे जिनी हर हर ध्याया, साध संग तिनी दर्शन पाया। कहंदे ने वो उन्हां दे जिहड़ी आत्मा है ना, वो सिमरन करके बंदगी करके अमर हो जाती है। वो बाद दे विच भी अमर रहिंदे ने। उन्हां दे जिहड़े किते परोपकार ने वो संगत सदा चेते करती रहिंदी है। जीवत पेखे जिनी हर हर ध्याया, वो फिर जिउंदे किवें होए, क्योंकि उन्हां दी याद जिहड़ी है वो मरदी नहीं, कदे भी जिउंदी रहिंदी है। नाम रहियो साधु रहियो, रहियो गुर गोबिंद, कहो नानके जगत मैं किन जपियो गुर। फिर की रहा संसार दे उत्ते, एक तां परमात्मा दा नाम, आद सच जुगाद सच है पी सच, नानक होसी पी। एक परमात्मा का नाम रहेगा अमर सदा, नाम रहियो। दूजा साधु रहियो। हुण अपने मन संशय आएगा भी आप अपने अपने सामने, चाहे साधु है चाहे महात्मा है, संस्कार करके आने आप
सच्चे पातशाह जी कहते उन्होंने जिहड़े गुण हुंदे ने ना परोपकार वो सदा संगतां चेते करदियां रहिंदियां, तां करके उन्हां दा नाम जिहड़ा अमर हो जाता है। नाम रहियो साधु रहियो, रहियो गुरु गोबिंद, एक अकाल पुरख वाहिगुरु जो सदा अमर रहिंदा है। नाम रहियो साधु रहियो, रहियो गुरु गोबिंद को नानके जगत मैं किन जपियो गुरमंत। जीवत पेखे जिनी हर हर ध्याया, साध संग तिनी दर्शन पाया। अगे वचन करते हैं बादशाह जिहड़ा एक जिवें अपने एक पंजाब का CM मंत्री है, मुख मंत्री है, बादशाह शाह वाह पारी मरना। कहते वड्डे अमीर लोग ने, राजे महाराजे, उन्होंने भी मर जाना, चले जाना, गरीब ने भी चले जाना, अमीर ने भी चले जाना। बादशाह साह वाह पारी मरना, कहते सारे तरह के लोग कहते संसार तो कूच कर जाएंगे, चले जाएंगे। बादशाह साह वाह पारी मरना। फिर महाराज जी वचन करते हैं जो दिसै सो कल है खरना। असी जो भी देख रहे हैं ना, महाराज जी कहते कोई पता नहीं किहदा काल कदों महाराज ने मुकर्र किया होया, कदों ने झपट मार लैनी है काल ने, कदों समा वरत जाना है। गुरु नानक देव जी महाराज सच्चे पातशाह जी अपनी बाणी में जिक्र करते हैं राणा राहो ना कोर है, रंग ना तुंग फकीर, वारी आपो अपनी कोई ना बंदा धीर। जिवें कहते घड़ियां दे विच पानी धीर सदा वास्ते बन्निया नहीं ना जा सकता, इस तरह कहते शरीर भी सदा वास्ते किसी कोल रहा नहीं, कोई रख नहीं सकिया, ना इन्हें रहना है। महाराज जी कहते राणी राजे महाराजे अमीर गरीब सब संसार तो चले जा रहे हैं। ये सृष्टि की रचना ऐसी है। गुरु नानक साहब जी बाणी में ऐसा उपदेश करते हैं, रहन ना पावे सुरनर देवा, राणा राहो ना कोर है, रंग ना तुंग फकीर। परमात्मा नूं याद करने वाले फकीर, प्रजा की रक्षा करने वाले राजे लोग, ये सारे महाराज जी कहते चलाए मानने चले जाने हैं संसार तो, कोई भी संसार उत्ते सदा वास्ते नहीं रहा। महाराज जी का बाणी में ऐसा उपदेश है। इत बैठना किसे ने रहना, पारी आई तुर जावना। इत बैठना किसे ने रहना, पारी आई तुर जावना। किसे ने रहना, वारी आई तुर जावना। इत्ते बैठना किसे ने रहना, वारी आई तुर जावना। जावना, वारी आई जी तुर जावना। वारी आई जी
ਤੁਰ ਜਾਵਣਾ ਵਾਰੀ ਆਈ ਜੀ ਤੁਰ ਜਾਵਣਾ। ਬੈਠਣਾ ਕਿਸੇ ਨੇ ਰਹਿਣਾ ਕਿਸੇ ਨੇ ਰਹਿਣਾ ਵਾਰੀ ਆਈ ਤੁਰ ਜਾਵਣਾ। ਇੱਥੇ ਬੈਠਣਾ ਕਿਸੇ ਨੇ ਰਹਿਣਾ ਵਾਰੀ ਆਈ ਤੁਰ ਜਾਵਣਾ। ਰਾਣਾ ਰੌਣਾ ਕੋਰ ਹੈ ਰੰਗਣਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ। ਇਸ ਤਰ੍ਹਾਂ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਆ ਕਿ ਕੋਈ ਦੁਨੀਆ ਦੇ ਉੱਤੇ ਰਾਜਾ ਮਹਾਰਾਜਾ ਅਮੀਰ ਗਰੀਬ ਕੋਈ ਦੁਨੀਆ ਉੱਤੇ ਰਿਹਾ ਨਹੀਂ, ਕਿਸੇ ਨੇ ਰਹਿਣਾ ਨਹੀਂ। ਬਾਦਸ਼ਾਹ ਸਾ ਵਪਾਰੀ ਮਰਨਾ ਜੋ ਦਿਸੈ ਸੋ ਕਾਲੈ ਕਰਨਾ ਕੂੜੈ ਮੋਹ ਲਪਟ ਲਪਟਾਨਾ। ਗੁਰੂ ਮਹਾਰਾਜ ਜੀ ਕਹਿੰਦੇ ਸੰਸਾਰ ਤੋਂ ਚਲਾ ਸਭ ਨੇ ਜਾਣਾ, ਸਮੇਂ ਦੀ ਵੰਡ ਹੈ ਸਾਰਿਆਂ ਨਾਲ। ਪਰ ਕਹਿੰਦੇ ਜੀਵ ਪਰਮਾਤਮਾ ਦੇ ਸੱਚੇ ਨਾਮ ਨੂੰ ਛੱਡ ਕੇ ਬਾਣੀ ਨੂੰ ਪਿੱਠ ਦੇ ਕੇ ਮਹਾਰਾਜ ਜੀ ਕਹਿੰਦੇ ਨੇ ਕੂੜ ਦੇ ਕੰਮਾਂ ਦੇ ਵਿੱਚ ਲੱਗਿਆ ਹੋਇਆ, ਕੂੜ ਦੇ ਕੰਮਾਂ ਵਿੱਚ। ਬਾਬਾ ਜੀ ਸ਼ਬਦ ਪੜ੍ਹ ਰਹੇ ਸੀਗੇ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ, ਕਹਿੰਦੇ ਕੂੜ ਰਾਜਾ, ਕਹਿੰਦੇ ਰਾਜਾ ਜਿਹੜਾ ਉਹ ਵੀ ਕੂੜ ਹੈ। ਕਿਉਂਕਿ ਤੁਸੀਂ ਦੇਖਿਆ ਇਹ ਦੁਨੀਆ ਵਿੱਚ ਜਿੰਨੇ ਪੁੱਠੇ ਕੰਮ ਨੇ ਉਹ ਸਾਰੇ ਹੁੰਦੇ ਆ ਰਾਜਿਆਂ ਦੀ ਸ਼ਹਿ 'ਤੇ ਹੁੰਦੇ ਆ। ਪਰਜਾ ਹੁਣ ਕਿਵੇਂ ਤਰਾਸ ਕਰ ਰਹੀ ਹੈ ਦਿੱਲੀ ਦੇ ਵਿੱਚ। ਜੇ ਰਾਜਾ ਹੋਵੇ ਦੁਨੀਆ ਦਾ ਤੇ ਉਹਨੂੰ ਪਤਾ ਨਹੀਂ ਵੀ 400 ਤੋਂ ਉੱਪਰ ਮੌਤਾਂ ਹੋ ਚੁੱਕੀਆਂ, ਫਿਰ ਦਇਆ ਕਿੱਥੇ ਹੈ? ਜੇ ਉਹਦੇ ਮਨ ਵਿੱਚ ਦਇਆ ਹੁੰਦੀ, ਕੋਈ ਤਰਸ ਹੁੰਦਾ, ਤਾਂ ਇੰਨਾ ਜੇ ਆ ਜਵਾਨ ਦੇ ਨਾਲ ਆਪਾਂ ਗੱਲ ਕੋਈ ਕਹਿ ਸਕਦੇ ਹਾਂ ਤੇ ਉਹਨੂੰ ਵਾਪਸ ਵੀ ਲੈ ਸਕਦੇ ਆ, ਪਰ ਨਹੀਂ। ਇਸ ਕਰਕੇ ਮਹਾਰਾਜ ਨੇ ਕਿਹਾ ਸੀਗਾ, ਕਹਿੰਦੇ ਕੂੜ ਰਾਜਾ ਜਦੋਂ ਕਹਿੰਦੇ ਸੱਚ ਨੂੰ ਪਿੱਠ ਦੇ ਕੇ ਝੂਠੇ ਕਰਮਾਂ ਦੇ ਵਿੱਚ ਕਹਿੰਦੇ ਸਹਿਤੀ ਭਰਨ ਲੱਗ ਪਏਗਾ, ਹਾਮੀ ਭਰਨ ਲੱਗ ਪਏਗਾ ਨਾ, ਉਦੋਂ ਫਿਰ ਰਾਜਾ ਰਾਜਾ ਨਹੀਂ ਰਹੇਗਾ, ਜਲਾਦ ਦਾ ਰੂਪ ਧਾਰਨ ਕਰ ਲੇਗਾ। ਕੂੜ ਰਾਜਾ ਕੂੜ ਪਰਜਾ, ਜਿਹੜੇ ਉਹਦੇ ਨਾਲ ਹਮਲਾ ਫੈਲਾ ਲੱਗਾ ਹੁੰਦਾ ਉਹ ਵੀ ਸਾਰੇ ਉਹਦੇ ਨਾਲ। ਹੁਣ ਤੁਹਾਡੇ ਸਾਹਮਣੇ ਹੀ ਹੈ, ਜਿੰਨੇ ਉਹਦੇ ਮੰਤਰੀ ਹੈ ਵਜ਼ੀਰ ਆ, ਉਹ ਸਾਰੇ ਕਹਿੰਦੇ ਜਿਹੜੇ ਕਾਨੂੰਨ ਆ ਬਿਲਕੁਲ ਠੀਕ ਨੇ। ਇਹਦਾ ਕਹਿੰਦੇ ਲੋਕਾਂ ਨੂੰ ਪਤਾ ਹੀ ਨਹੀਂ ਕਾਨੂੰਨ ਠੀਕ ਨੇ, ਜਿਹੜੇ ਉੱਥੇ ਬੰਦੇ ਲੱਖਾਂ ਦੇ ਹਿਸਾਬ ਨਾਲ ਬੈਠੇ ਆ ਉਹ ਗਲਤ ਨੇ, ਪਰ ਕਾਨੂੰਨ ਸਹੀ ਨੇ। ਹੁਣ ਤੁਸੀਂ ਦੇਖ ਲਓ ਪੰਜਾਬ, ਹਰਿਆਣਾ, ਰਾਜਸਥਾਨ, ਕਿੰਨੀਆਂ ਸਟੇਟਾਂ ਉੱਥੇ ਜਾ ਕੇ ਦਿੱਲੀ ਬੈਠੀਆਂ ਸੜਕਾਂ ਦੇ ਉੱਤੇ। ਆਪਾਂ ਆਪਣੇ ਰਿਸ਼ਤੇਦਾਰੀਆਂ 'ਚ ਕਿਤੇ ਰਾਤ ਨਹੀਂ ਲਾ ਸਕਦੇ, ਇੰਨੀਆਂ ਜ਼ਿੰਮੇਵਾਰੀਆਂ। ਪਰ ਗੁਰੂ ਮਹਾਰਾਜ ਜੀ ਕਹਿੰਦੇ ਉਹ ਪਰਜਾ ਜਿਹੜੀ ਉਹਦੇ ਨਾਲ ਹੁੰਦੀ ਨਾ, ਉਹ ਵੀ ਕੂੜ ਦੀ ਸਹਿਤੀ ਭਰਦੀ ਆ, ਫਿਰ ਝੂਠ ਦੀ। ਕੂੜ ਰਾਜਾ ਕੂੜ ਪਰਜਾ। ਕੂੜ ਤਾਂ ਇਹ ਪਹਿਲਾਂ ਇਹ ਵੀ ਗੱਲ ਸਮਝੋ, ਰਾਜਾ ਤਾਂ ਹੁਣ ਮਹਾਰਾਜਾ ਰਣਜੀਤ ਸਿੰਘ ਵੀ ਹੋਇਆ, ਹੁਣ ਬਣ ਜਾਏਗਾ ਮਹਾਰਾਜਾ ਰਣਜੀਤ ਵਰਗਾ ਰਾਜ, ਜਿਹਦੇ ਰਾਜ ਭਾਗ ਦੇ ਵਿੱਚ ਨਾ ਹੀ ਕਿਸੇ ਨਾਲ ਧੱਕਾ ਹੁੰਦਾ, ਨਾ ਜ਼ੁਲਮ ਹੁੰਦਾ, ਨਾ ਹੀ ਕੋਈ ਮੌਤ ਦੇ ਘਾਟ ਉਤਾਰਿਆ ਜਾਂਦਾ, ਨਾ ਕਿਸੇ ਧੀ ਭੈਣ ਦੀ ਇੱਜ਼ਤ ਲੁੱਟੀ ਜਾਂਦੀ ਹੈ।
महाराजा रणजीत सिंह का राज। ਉਹ ਰਾਜਾ ਇਹ ਜਿਹੜਾ ਰਾਤ ਨੂੰ ਭੇਸ ਵਟਾ ਕੇ ਨਾ ਮਹਾਰਾਜਾ ਰਣਜੀਤ ਸਿੰਘ ਲੋਕਾਂ ਦੇ ਘਰਾਂ ਵਿੱਚ ਜਾਂਦਾ, ਵੀ ਇਹਨੂੰ ਮੁਸ਼ਕਿਲ ਤਾਂ ਨਹੀਂ, ਕੋਈ ਤੰਗੀ ਤਾਂ ਨਹੀਂ, ਕੋਈ ਭੁੱਖਾ ਤੇ ਨਹੀਂ ਸੌਂ ਗਿਆ, ਕੋਈ ਪਿਆਸਾ ਤੇ ਨਹੀਂ ਸੌ ਰਿਹਾ। ਐਸੇ ਰਾਜੇ, ਇਹੋ ਜਿਹਾ ਰਾਜ ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਹੀ ਕਰਕੇ ਗਿਆ ਦੁਨੀਆ ਦੇ ਉੱਤੇ। ਇੱਕ ਵਾਰੀ ਦੀ ਗੱਲ, ਕਹਿੰਦੇ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕਾਲ ਪਿਆ ਹੋਇਆ ਸੀਗਾ, ਔੜ ਲੱਗੀ ਹੋਈ ਸੀਗੀ। ਮਹਾਰਾਜੇ ਨੇ ਆਪਣੇ ਵਜ਼ੀਰਾਂ ਕਲਾਂ ਨੂੰ ਕਹਿ ਦਿੱਤਾ ਵੀ ਮੋਦੀ ਖਾਨੇ ਦੇ ਜਿਹੜੇ ਖਜ਼ਾਨੇ ਨੇ ਖੋਲ੍ਹ ਦਿਓ, ਰਸਤਾਂ ਬਸਤਾਂ ਦੇ ਖੁੱਲ੍ਹਾ ਵਰਤਾਓ। ਸਾਰੇ ਭਰ ਭਰ ਕੇ ਕਣਕ, ਵਸਤੂਆਂ, ਪਦਾਰਥ ਲੈ ਗਏ। ਇੱਕ ਕੋਈ ਗਰੀਬ ਵਿਚਾਰਾ ਬਜ਼ੁਰਗ ਸੀਗਾ, ਨਾਲ ਉਹਦਾ ਪੁੱਤਰਾ ਛੋਟਾ ਜਿਹਾ ਸੀਗਾ, ਉਹ ਵੀ ਕਹਿੰਦੇ ਆਇਆ। ਹੁਣ ਕਣਕ ਜਿਹੜੀ ਉਹਨਾਂ ਨੇ ਪਾ ਲਈ ਕਾਫੀ, ਹੁਣ ਪੋਤਰਾ ਜਿਹੜਾ ਉਹ ਵੀ ਛੋਟਾ, ਉਹ ਵੀ ਨਹੀਂ ਚੱਕ ਸਕਦਾ। ਬਜ਼ੁਰਗ ਜਿਹੜਾ ਉਹ ਚੱਕਣ ਦੀ ਕੋਸ਼ਿਸ਼ ਕਰਿਆ, ਉਹਦੇ ਕੋਲ ਚੱਕੀ ਨਹੀਂ ਜਾ ਰਹੀ। ਮਹਾਰਾਜਾ ਰਣਜੀਤ ਸਿੰਘ ਦੇਖ ਰਿਹਾ, ਭੇਸ ਵਟਾ ਕੇ ਉੱਥੇ ਪਹੁੰਚਿਆ, ਕਹਿੰਦਾ ਬਾਬਾ ਕਣਕ ਚੱਕੀ ਨਹੀਂ ਜਾ ਰਹੀ। ਕਹਿੰਦਾ ਨਾ। ਉਹ ਕਣਕ ਚੱਕ ਕੇ ਮਹਾਰਾਜਾ ਰਣਜੀਤ ਸਿੰਘ ਨੇ ਭੇਸ ਵਟਾਇਆ ਹੋਇਆ, ਮਸਾਫਾ ਮਾਰਿਆ ਹੋਇਆ ਮੂੰਹ ਤੇ, ਆਪਣੇ ਮੋਢਿਆਂ ਦੇ ਉੱਤੇ ਰੱਖ ਕੇ ਉਸ ਗਰੀਬ ਦੇ ਘਰੇ ਸੱਟ ਕੇ ਆਇਆ। ਜਦੋਂ ਸੱਟ ਕੇ ਜਾਣ ਲੱਗਾ, ਕਹਿਣ ਲੱਗਾ ਜਵਾਨਾ ਤੂੰ ਕੌਣ ਹੈ ਜਿਹਨੇ ਇੰਨੀ ਸੇਵਾ ਕੀਤੀ ਆ ਮੇਰੀ? ਕਹਿਣ ਲੱਗਾ ਮੈਂ ਗਰੀਬ ਜਨਤਾ ਦਾ ਦਾਸ ਆ ਰਣਜੀਤ ਸਿੰਘ। ਰਾਜਾ ਨੇ ਕਿਹਾ ਗਰੀਬ ਜਨਤਾ ਦਾ ਮੈਂ ਦਾਸ ਹਾਂ, ਸਾਰੀਆਂ ਦਾ, ਸਾਰੀ ਪ੍ਰਜਾ ਦਾ ਦਾਸ ਹਾਂ ਮੈਂ, ਰਣਜੀਤ ਮੇਰਾ ਨਾਂ ਹੈ। ਜਦੋਂ ਦੇਖਿਆ ਚਿਹਰਾ ਤਾਂ ਹੈਰਾਨੀ ਦੀ ਕੋਈ ਹੱਦ ਨਾ ਰਹੀ। ਕਹਿਣ ਲੱਗਾ ਇਹੋ ਜਿਹੇ ਕੰਮ ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਹੀ ਕਰ ਸਕਦਾ। ਬੜੀਆਂ ਅਸੀਸਾਂ ਦਿੱਤੀਆਂ। ਸੋ ਇਸ ਕਰਕੇ ਰਾਜੇ ਜਿਹੜੇ ਹੁੰਦੇ ਨੇ ਪ੍ਰਜਾ ਪਾਲਕ ਹੋਇਆ ਕਰਦੇ ਨੇ, ਪ੍ਰਜਾ ਦਾ ਦੁੱਖ ਦੇਖ ਕੇ ਆਪ ਦੁਖੀ ਹੋ ਜਾਇਆ ਕਰਦੇ ਨੇ। ਪਰ ਹੈਣ ਹੁਣ ਦੁਨੀਆ ਦੇ ਉੱਤੇ ਨਜ਼ਰ ਨਹੀਂ ਆਉਂਦੇ ਰਾਜੇ। ਸੋ ਇਸ ਕਰਕੇ ਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਕੂੜ ਰਾਜਾ ਜਦੋਂ ਸੱਚ ਨੂੰ ਛੱਡ ਕੇ ਝੂਠ ਦੇ ਫੈਸਲੇ ਕਰਨ ਲੱਗ ਪਏ, ਉਹ ਫਿਰ ਕੂੜ ਤੋਂ ਬਿਨਾਂ ਹੋਰ ਕੱਖ ਨਹੀਂ ਹੁੰਦਾ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸਨਹਾਰ। ਜਿਹੜੇ ਵੱਡੇ ਵੱਡੇ ਮਹਿਲ ਮਨਾਰੇ ਉਸਾਰੇ ਨੇ ਮਹਾਰਾਜ ਜੀ ਕਹਿੰਦੇ ਉਹ ਵੀ ਕੂੜ ਨੇ। ਕੂੜ ਮੰਡਪ, ਕੂੜ ਮਾੜੀ, ਕੂੜ ਵੈਸਨਹਾਰ, ਜਿਹੜੇ ਉੱਥੇ ਬਹਿ ਕੇ ਜਨਤਾ ਦੇ ਉੱਤੇ ਹੁਕਮ ਥੋਪਦੇ ਨੇ, ਉਹ ਸਾਰਾ ਕੂੜ ਹੈ। ਸੋ ਇਸ ਕਰਕੇ ਮਹਾਰਾਜ ਪਾਤਸ਼ਾਹ ਜੀ ਬਚਨ ਕਰਦੇ ਆ ਕਿ ਦੁਨੀਆ ਦੇ ਉੱਤੇ ਰਾਜੇ ਮਹਾਰਾਜੇ ਕੋਈ ਵੀ ਦੁਨੀਆ ਉੱਤੇ ਰਿਹਾ ਨਹੀਂ। ਬਾਦਸ਼ਾਹ ਸਾਹਿਬ ਪਾਰੀ ਮਰਨਾ, ਜੋ ਦਿਸੈ ਸੋ ਕਾਲੈ ਕਰਨਾ। ਕੂੜਾ ਮੋਹ ਲਪਟ ਲਪਟਾਨਾ, ਕੂੜੇ ਲਾਲਚਾਂ ਦੇ ਵਿੱਚ ਲੱਗ ਕੇ, ਕੂੜੇ ਮੋਹ ਦੇ ਵਿੱਚ ਲੱਗ ਕੇ ਲਪਟ ਲਪਟਾਨਾ, ਇਤਨਾ ਲਪਟੇ ਹੋਏ ਆ ਕਿ ਆਪਾਂ ਕੂੜ ਦੇ ਵਿੱਚ ਇੰਨਾ ਪਰਚ ਗਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਆਪਾਂ ਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਚੇਤਾ ਰਿਹਾ, ਨਾ ਆਪਾਂ ਨੂੰ ਅੰਮ੍ਰਿਤ ਵੇਲੇ ਦਾ ਨਿਤਨੇਮ ਚੇਤਾ ਰਿਹਾ, ਨਾ ਆਪਾਂ ਨੂੰ ਸ਼ਾਮ ਦੀ ਰਹਿਰਾਸ ਸਾਹਿਬ ਦਾ ਪਾਠ ਚੇਤਾ ਰਿਹਾ, ਨਾ ਪੈਣ ਲੱਗਾ ਆਪਾਂ ਨੂੰ ਸੋਹਲੇ ਸਾਹਿਬ ਦਾ ਪਾਠ ਚੇਤਾ ਰਿਹਾ। ਇੰਨਾ ਕੂੜੇ ਮੋਹ ਕੰਮਾਂ ਦੇ ਵਿੱਚ ਅਸੀਂ ਫਸ ਗਏ। ਕੂੜਾ ਮੋਹ ਲਪਟ ਲਪਟਾਨਾ। ਇਹਦਾ ਰਿਜ਼ਲਟ ਕੀ ਹੈ? ਛੋੜ ਚੱਲਿਆ ਤਾਂ ਫਿਰ ਪਛਤਾਨਾ। ਜਦੋਂ ਕਹਿੰਦੇ ਜੀਵ ਮਰਨ ਦੇ ਕਿਨਾਰੇ ਹੁੰਦਾ, ਕਹਿੰਦੇ ਉਦੋਂ ਸਾਰਾ ਸੀਨ ਚੇਤੇ ਆਉਂਦਾ ਜੀਵ ਨੂੰ। ਛੋੜ ਚੱਲਿਆ ਤਾਂ ਫਿਰ ਪਛਤਾਨਾ। ਕਹਿੰਦਾ ਫਿਰ ਪਛਤਾਉਂਦਾ ਜਦੋਂ ਬੰਦੇ ਤੇ ਵਡੇਪਾ ਆ ਜਾਂਦਾ ਨਾ, ਫਿਰ ਪਿੱਛੇ ਝਾਤੀ ਮਾਰ ਕੇ ਦੇਖਦਾ, ਕਹਿੰਦਾ ਬਚਪਨਾ ਵੀ ਆਇਆ ਸੀ ਮੇਰੇ ਤੇ, ਕਦੇ ਜਵਾਨੀ ਵੀ ਆਈ ਹੋਣੀ ਹੈ, ਅੱਜ ਵਡੇਪਾ ਆਇਆ ਹੋਇਆ। ਸੋ ਮਹਾਰਾਜ ਜੀ ਕਹਿੰਦੇ ਫਿਰ ਪਛਤਾਉਂਦਾ। ਹੁਣ ਭੱਜ ਭੱਜ ਕੇ ਸੇਵਾ ਕਰਨਾ ਚਾਹੁੰਦਾ, ਹੁੰਦੇ ਨਹੀਂ ਸਰੀਰ, ਪੈਰ ਅਗਾਹਾਂ ਨੂੰ ਧਰਦਾ, ਪਿੱਛੇ ਨੂੰ ਮੁੜਦਾ। ਅੱਖਾਂ ਬਾਣੀ ਪੜ੍ਹਨ ਵਾਸਤੇ ਜੇ ਮਨ ਦੇ ਵਿੱਚ ਖਿਆਲ ਵੀ ਆਉਂਦਾ ਤਾਂ ਧੁੰਦਲਾ ਦਿਖਦਾ। ਕੰਨ ਜਿਹੜੇ ਨੇ ਉਹ ਹੁਣ ਬਾਣੀ ਦਾ ਕੀਰਤਨ ਜਾਂ ਗੁਰਬਾਣੀ ਦਾ ਨਿਤਨੇਮ
नहीं सुनदा, बौले हो चुके हैं। छोड़ चलिया, हुण छड्ड भी रहा, पछता भी रहा। छोड़ चलिया तो फिर पछताना। अगे हथ जोड़ के गुरु नानक साहब जी बचन करते हैं, किरपा निधान हे अकाल पुरख अंतरजामी निरंकार वाहिगुरु जी, किरपा निधान नानक को करो दात, मेरे उत्ते तरस कर, दात बख्शिश कर मैनू, नाम तेरा जपी दिन रात। मेरे उत्ते महाराज मेहर कर दे, मैं सवेरे ते शाम हर वेले तेरा नाम जिहड़ा चेता करदा रवां, जपदा रवां, ये किरपा कर दे मेरे उत्ते। सो इस करके साथ संगत सारा जिहड़ा सारा संसार है ना, इत्थे कोई रहा नहीं, किसी ने रहना नहीं। समा पा के जिन्ना जिन्ना किसी नूं समा मिलिया होया उन्ना समा पूरा करके सब ने इत्थों चले जाना है। गुरु महाराज जी बाणी विच बचन करते हैं, नह बारक नह जोबन नह बिरदे कछ बंद। कहते जिहड़ी मौत का फरिश्ता है ना, वो बालक अवस्था दे विच भी आ जाता। तुसीं हुण देखिया होना है, तुसीं अपनी जिंदगी विच बहुत कुछ देखिया होना है। छोटे छोटे बच्चे जन्म लैंदे ही पूरे हो जाते हैं, चढ़ाई कर जाते हैं। थोड़ी जी वड्डी उम्र दे वो भी चढ़ाई कर जाते हैं। नह बारक काल जिहड़ा है, महाराज जी कहते बारक अवस्था दे विच भी आ सकता है। तुहानूं किते भुलेखा होवे भी बालक अवस्था विच काल नहीं चपट मार सकता। महाराज जी कहते काल जिहड़ा वो बारक अवस्था विच भी आ सकता है। नह बारक नह जोबन है, पर जवानी दे विच भी काल जिहड़ा झपट मार सकता है, लिजा सकता है। नह बारक नह जोबन है, नह बिरदे कछ बंद। कहते किसी कोल की गारंटी है भी काल जिहड़ा बचपन च नहीं आएगा, जवानी च नहीं आएगा, बुढ़ेपे च तो आना ही आना है। नह बारक नह जोबन है, नह बिरदी कछ बंद। ओ बेरा न बुझिया जो आए पर जम फंद। कहते वो वेला किसी को नहीं पता भी कदों कित्थे ते किवें वरत जाना है। वो काल हर वेले अपने नाल है। जिवें महाराज जी बचन करते हैं ना, हंसा सरवर काल शरीर। जिहड़े हंस हुंदे ने सरवर सरोवरां ते उत्ते हुंदे ने। काल जिहड़ा हुंदा है कुदरती परमात्मा ने शरीर के अंदर ही फिट किया होया, कितों बाहरों नहीं आना। जदों समा पूरा हो गया ने वरत जाना। भगत कबीर जी बड़े परमात्मा दे प्यारे भगत होए, बंदगी करने वाली रूह भगत कबीर जी तुरे जा रहे सीगे। की देख रहे ने, एक माता अपने बच्चे नूं खिडा रही सीगी। बच्चा छोटी जी अवस्था का, थोड़े जे सालों का बच्चा छोटा जा, उन्होंने खिडा रही है माता। भगत कबीर जी उत्थे खड़ के किन्ना चिर बच्चे वाल देखते रहे। उहदी माता जिहड़ी है कोठे दे उत्ते बच्चे नूं खिडा रही है, बोल सटदी है, बच्चा चक के लै आंदा, फिर बोल सटदी है, फिर चक के लै आंदा। भगत कबीर जी वो सीन देख रहे ने सामने। थोड़ा जा तेजी दे नाल बोल सट्टी, बोल कोठे दे उत्तों थल्ले जा डिगी। बच्चे उन्होंने पता नहीं हुंदा, बच्चे ने नाल दे के भज के बोल दे पिछे दौड़द्या दौड़द्या कोठे दे उत्तों डिग के थल्ले जदों जाके गिरिया, नाल ही मौत हो गई। भगत कबीर जी उत्थे खड़े खड़े ये शब्द पढ़दे हैं, कहंदे माता अपने बच्चे नाल किन्ना लाड लड़ा रही सीगी, प्यार कर रही सीगी। मेरा मोर है, मेरा शेर है, मेरा जज है। ये बोल माता वरतदियां ने ना। पर कहंदे इहनूं भोली नूं पता नहीं सीगा भी इहदे सिर दे उत्ते काल कूकदा, थोड़े जे समय बाद इहने तेरे पास ही नहीं रहना। भगत कबीर जी ने ऐसा कथन किया बाणी विच। माता मेरा मोर कह के वाजा मार दी, मेरे उत्ते काल कूकदा। माता मेरा मोर कह के वाजा मार दी, मेरी उत्ते काल कूकदा।
मार दी जी मेरा मुर्गा के वजा मार दी मेरी उत्ते काल कूकदा माता मेरा मोर कह के वाजा मार दी मेरी उत्ते काल कूकदा मेरे उत्ते जी 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 काल कूकदा मेरा मोर कह के वाजा मार दी जी मेरा मोर कह के वाजा मार दी मेरी उत्ते काल कूकदा माता मेरा मोर कह के वाजा मार दी मेरी उत्ते काल कूकदा भगत कबीर जी ने देखद्या वो बच्चा कोठे दे उत्तों थल्ले गिर के चढ़ाई कर जांदा जिथे खुशियां दे खेड़े सीगे उत्थे सत्थर विछ गया। भगत कबीर जी कहंदे माता नूं पता नहीं सीगा भोली नूं जिन तू मेरा मोर मेरा शेर मेरा जज कह के आवाज़ां मारदी है कुछ समय बाद काल ने इहनूं झपट मारनी है इहदा अंत कर देना। इस करके भगत कबीर जी ने बाणी विच जिक्र किया दिन ते पहर पहर ते घड़ियां। पहला दिन आंदा लंघ जांदा रात्रि आ जाती वह भी लंघ जाती दिन ते पहर दिन ते रात पहर ते घड़ियां बड़ा दिन हुंदा फिर रात उदों छोटी पहर जिन्हों आप कहने एक पैर रात लंघ गई दो पैर रात लंघ गई दो पैर दिन लंघ गया चौथा पैर आ गया दिन ते पहर पहर ते घड़ियां घड़ियां जिन्हों आप कहने हुण एक घड़ी हो गई दो घड़ियां हो गई चार घड़ियां हो गई दिन ते पहर पहर ते घड़ियां आप कटै तन छीजै। कहंदे बंदिया तेरा जीवन किवें कहंदे तेरे बिच दी लंघ रहा तेरे दिन तेरियां रातां तेरियां घड़ियां तेरे पल तेरे कोल दी लंघ रहे ने दिन ते पहर पहर ते घड़ियां आप कटै तन छीजै। शरीर जिहड़ा तेरा जिवें जिवें घड़ियां पल बीतदे ने उवें उवें ये भी जिहड़ा बदलदा जा रहा हौली हौली आप कटै तन छीजै। जिवें कपड़ा हुंदा ना आपां पा लैने आ एक महीने दो महीने चार महीने हौली हौली घस घस के कपड़ा भी वस्त्र पाट जाता है। आप घटै तेरे शरीर की आप समा दिन पर दिन घट रहा है आप घटै तन छीजै।
ਸਰੀਰ ਤੇਰਾ ਛਿੱਜ ਰਿਹਾ, ਜਿਵੇਂ ਕੱਪੜਾ ਛਿੱਜ ਜਾਂਦਾ ਨਾ ਜਦੋਂ ਪੁਰਾਣਾ ਹੋ ਜਾਂਦਾ, ਆਪਾਂ ਕਹਿੰਦੇ ਹਾਂ ਹੁਣ ਇਹ ਪਾਟ ਗਿਆ, ਇਹ ਛਿੱਜ ਗਿਆ। ਇਸੇ ਤਰ੍ਹਾਂ ਤੇਰੇ ਸਰੀਰ ਦੀ ਔਧ ਜਿਹੜੀ ਹੈ ਨਾ, ਮਹਾਰਾਜ ਕਹਿੰਦੇ ਦਿਨ ਪਰ ਦਿਨ ਘਟ ਰਹੀ ਹੈ, ਵੱਧ ਨਹੀਂ ਰਹੀ। ਦਿਨ ਤੇ ਪੈਰ, ਪੈਰ ਤੇ ਕਰੀਆਂ ਆਪ ਕਟੈ, ਤਨ ਛੀਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਾਵਣ ਬਿਦ ਕੀਜੈ। ਕਾਲ ਰੂਪੀ ਅਹੇਰੀ ਜਿਹੜੀ ਹੈ ਉਹ ਤੇਰੇ ਉੱਤੇ ਮੰਡਰਾ ਰਹੀ ਹੈ, ਜਿਵੇਂ ਗੁਲਾਬ ਦੇ ਫੁੱਲਾਂ ਉੱਤੇ ਭੰਵਰੇ ਨਹੀਂ ਮੰਡਰਾਉਂਦੇ, ਇਸ ਤਰ੍ਹਾਂ ਕਹਿੰਦੇ ਤੇਰੇ ਸਿਰ ਦੇ ਉੱਤੇ ਕਾਲ ਰੂਪੀ ਫਰਿਸ਼ਤਾ ਜਿਹੜਾ ਨਾ ਉਹ ਮੰਡਰਾ ਰਿਹਾ ਹੈ। ਇੱਕ ਦਿਨ ਸਮਾਂ ਆਣਾ ਤੈਨੂੰ ਝਪਟ ਮਾਰ ਕੇ ਤੇਰਾ ਅੰਤ ਕਰ ਦੇਣਾ ਉਹਨੇ। ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇੱਕ ਦਿਨ ਆਪਣੀ ਮੌਜ ਦੇ ਵਿੱਚ ਸਿੱਖਾਂ ਨੂੰ ਨਾਲ ਲੈ ਕੇ ਦਰਿਆ ਦੇ ਕੰਢੇ ਦੇ ਉੱਤੇ ਤੁਰੇ ਜਾ ਰਹੇ ਨੇ। ਕੀ ਦੇਖ ਰਹੇ ਨੇ ਮਹਾਰਾਜ? ਮੱਛੀਆਂ ਜਿਹੜੀਆਂ ਨੇ ਪਾਣੀ ਦੇ ਵਿੱਚ, ਦਰਿਆ ਦੇ ਵਿੱਚ ਉੱਭਰ ਉੱਭਰ ਕੇ ਉੱਚੀ ਉੱਚੀ ਛਲਾਂਗਾ ਲਗਾ ਰਹੀਆਂ ਨੇ ਮੱਛੀਆਂ। ਸੱਚੇ ਪਾਤਸ਼ਾਹ ਮੱਛੀਆਂ ਵੱਲ ਦੇਖ ਕੇ ਬਹੁਤ ਖੁਸ਼ ਹੋਏ, ਦਸਵੇਂ ਪਾਤਸ਼ਾਹ। ਫਿਰ ਮਹਾਰਾਜ ਆਕਾਸ਼ ਵੱਲ ਦੇਖਦੇ ਆ, ਕਿੰਨਾ ਚਿਰ ਦੇਖੀ ਗਏ, ਇੱਲਾਂ ਉੱਡਦੀਆਂ ਉੱਪਰ ਇੱਲਾਂ। ਫਿਰ ਮਹਾਰਾਜ ਬੜਾ ਖੁਸ਼ ਹੋਏ, ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਕੀ ਕੌਤਕ ਹੈ? ਮਹਾਰਾਜ ਕਹਿੰਦੇ ਉਹ ਦੇਖੋ ਮੱਛੀਆਂ ਕਿਵੇਂ ਉੱਚੀ ਉੱਚੀ ਕਹਿੰਦੇ ਉੱਭਰ ਉੱਭਰ ਕੇ ਵਿੱਚ ਪਾਣੀ ਦੇ ਤਾਰੀਆਂ ਲਾ ਰਹੀਆਂ। ਸੱਚੇ ਪਾਤਸ਼ਾਹ ਇਹ ਤਾਂ ਪਹਿਲਾਂ ਵੀ ਇਸ ਤਰ੍ਹਾਂ ਤਾਰੀਆਂ ਲਾਉਂਦੀਆਂ। ਆਕਾਸ਼ ਵੱਲ ਦੇਖਦੇ ਆ, ਇੱਲ ਉੱਡਦੀਆਂ ਉੱਪਰ ਇੱਲਾਂ ਉੱਡ ਰਹੀਆਂ ਨੇ। ਉਹਨਾਂ ਵੱਲ ਦੇਖ ਕੇ ਮਹਾਰਾਜ ਮੁਸਕਰਾਉਂਦੇ ਹੱਸਦੇ ਆ। ਸੱਚੇ ਪਾਤਸ਼ਾਹ ਇਹ ਕੀ ਕੌਤਕ ਹੈ? ਕਹਿੰਦੇ ਭਾਈ ਉਹ ਦੇਖੋ ਗਗਨ ਆਕਾਸ਼ ਦੇ ਵਿੱਚ ਇੱਲਾਂ ਉੱਡ ਰਹੀਆਂ। ਮਹਾਰਾਜ ਜੀ ਜਾਨਵਰ ਉੱਪਰ ਪਹਿਲਾਂ ਵੀ ਉੱਡਦੇ ਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੰਗਲ ਵਾਲੇ ਪਾਸੇ ਦੇਖਦੇ ਆ। ਫਿਰ ਮਹਾਰਾਜ ਬਹੁਤ ਮੌਜ ਵਿੱਚ ਆ ਕੇ ਹੱਸਦੇ ਆ। ਸਿੱਖ ਕਹਿੰਦੇ ਮਹਾਰਾਜ ਜੰਗਲ ਵਾਲੇ ਪਾਸੇ ਕੋਈ ਹੈ ਤਾਂ ਹੈ ਨਹੀਂ। ਆਪ ਜੀ ਮੁਸਕਰਾਉਂਦੇ ਹੱਸਦੇ ਹੋ, ਕਹਿੰਦੇ ਤੁਸੀਂ ਥੋੜਾ ਸਮਾਂ ਰੁਕੋ, ਤੁਹਾਨੂੰ ਇਹ ਤੁਹਾਡੀਆਂ ਗੱਲਾਂ ਦਾ ਜਵਾਬ ਮਿਲ ਜਾਏਗਾ। ਪਹਾੜੀ ਵੱਲ ਤੱਕਦੇ ਆ ਮਹਾਰਾਜ, ਫਿਰ ਮੁਸਕਰਾਉਂਦੇ ਆ। ਸਿੱਖ ਫਿਰ ਬੇਨਤੀ ਕਰਦੇ ਆ, ਮਹਾਰਾਜ ਇਹ ਕੀ ਕੌਤਕ ਹੈ? ਮਹਾਰਾਜ ਕਹਿੰਦੇ ਥੋੜਾ ਸਮਾਂ ਰੁਕੋ, ਤੁਹਾਨੂੰ ਜਵਾਬ ਮਿਲ ਜਾਏਗਾ। ਸਭ ਤੋਂ ਪਹਿਲਾਂ ਕੀ ਦੇਖਦੇ ਆ? ਇੱਕ ਹਿਰਨ ਆਇਆ, ਹਿਰਨ ਜੰਗਲ ਵਾਲੇ ਪਾਸਿਓਂ ਪਿਆਸ ਦੇ ਨਾਲ ਦੌੜਦਾ ਦੌੜਦਾ ਆ ਕੇ ਪਾਣੀ ਪੀ ਰਿਹਾ ਦਰਿਆ ਦੇ ਵਿੱਚ। ਉਹਦਾ ਮੂੰਹ ਪਾਣੀ ਦੇ ਵਿੱਚ ਹੈ। ਇੰਨੇ ਨੂੰ ਕੀ ਦੇਖਦੇ ਨੇ? ਮੱਛੀਆਂ ਜਿਹੜੀਆਂ ਉੱਭਰ ਉੱਭਰ ਕੇ ਪਾਣੀ ਦੇ ਵਿੱਚ ਤਾਰੀਆਂ ਲਗਾ ਰਹੇ। ਜਦੋਂ ਉੱਪਰ ਉੱਭਰ ਕੇ ਤਾਰੀਆਂ ਲਾ ਰਹੀਆਂ ਸੀਗੀਆਂ, ਇੱਕ ਮੱਛੀ ਆ ਕੇ ਹਿਰਨ ਦੇ ਸਿੰਗਾਂ ਦੇ ਵਿੱਚ ਫਸ ਜਾਂਦੀ ਹੈ। ਹੁਣ ਉਹ ਇੱਕੋ ਦਮ ਪਾਣੀ ਵਿੱਚੋਂ ਮੂੰਹ ਕੱਢ ਕੇ ਆਪਣਾ ਸਿਰ ਹਿਲਾਉਂਦਾ ਹੈ। ਇੰਨੇ ਨੂੰ ਕੀ ਦੇਖਦੇ ਆ? ਆਕਾਸ਼ ਦੇ ਵਿੱਚੋਂ ਜਿਹੜੀ ਇੱਲ ਹੈ ਉਹਦੀ ਨਿਗਾਹ ਦੇ ਵਿੱਚ ਪਿਆ ਵੀ ਮੱਛੀ ਬਾਹਰ, ਉਹਦੀ ਜਿਹੜੀ ਸਕਿਨ ਹੁੰਦੀ ਹੈ ਉਹ ਲਿਸ਼ਕਦੀ ਆ ਮੱਛੀ ਦੀ। ਉਹਨੇ ਦੇਖਿਆ ਵੀ ਸਾਹਮਣੇ ਚਮਕਦੀ ਪਈ ਕੋਈ ਚੀਜ਼, ਉੱਪਰੋਂ ਆਈ ਇੱਲ ਆਕਾਸ਼ ਦੇ ਵਿੱਚੋਂ ਆ ਕੇ ਜਦੋਂ ਹਿਰਨ ਦੇ ਸਿੰਗਾਂ ਦੇ ਵਿੱਚੋਂ ਮੱਛੀ ਕੱਢਣ ਲੱਗੀ, ਉਹਦੇ ਖੰਭ ਜਿਹੜੇ ਨੇ ਉਹ ਵਿੱਚੇ ਫਸ ਗਏ। ਉਹਦੇ ਹਿਰਨ ਦੇ ਸਿੰਗਾਂ ਦੇ ਵਿੱਚ ਉਹਦੇ ਖੰਭ ਜਿਹੜੇ ਨੇ ਫਸ ਗਏ। ਪਹਿਲਾਂ ਹਿਰਨ, ਫਿਰ ਉਹਦੇ ਸਿੰਗਾਂ ਵਿੱਚ ਮੱਛੀ, ਫਿਰ ਉਹਦੇ ਉੱਪਰੋਂ ਆਕਾਸ਼ ਦੇ ਵਿੱਚੋਂ ਆਈ ਇੱਲ। ਇਹ ਤਿੰਨ ਇਕੱਠੇ ਹੋ ਗਏ। ਉਧਰੋਂ ਕੀ ਦੇਖ ਰਹੇ ਨੇ? ਜੰਗਲ ਵਾਲੇ ਪਾਸਿਓਂ ਇੱਕ ਸ਼ਿਕਾਰੀ ਨਿਕਲਦਾ। ਉਹ ਆਪਣੇ ਤੀਰ ਦੇ ਵਿੱਚ, ਕਮਾਨ ਦੇ ਵਿੱਚ ਤੀਰ ਭਰ ਕੇ ਦੂਰੋਂ ਨਿਸ਼ਾਨਾ ਲਾ ਰਿਹਾ। ਨਿਸ਼ਾਨਾ ਲਾਇਆ ਉਹਨੇ ਖਿੱਚ ਕੇ, ਉਹ ਤੀਰ ਹਿਰਨ ਦੇ ਮੂੰਹ ਦੇ ਵਿੱਚ ਦੀ ਹੁੰਦਾ ਹੋਇਆ, ਮੱਛੀ ਦੇ ਵਿੱਚ ਦੀ ਲੰਘਦਾ ਹੋਇਆ, ਤਿੰਨ ਜਣਿਆਂ ਦੀ ਮੌਤ ਕਰ ਦਿੰਦਾ। ਹਿਰਨ ਮਾਰ ਦਿੱਤਾ ਪਹਿਲਾਂ ਉਹਨੇ, ਮੱਛੀ ਮਾਰ ਦਿੱਤੀ, ਜਿਹੜੀ ਇੱਲ ਆਈ ਸੀਗੀ ਉਹ ਮਾਰ ਦਿੱਤੀ ਉਹਨੇ। ਹੁਣ ਜਿਹੜਾ ਇਹ ਸ਼ਿਕਾਰੀ ਹੈ, ਇਹਦੇ ਪੱਥੇ ਵਿੱਚ ਜਦੋਂ ਤੀਰ ਗਿਰਿਆ, ਇਹਦੇ ਪਿਛਲੇ ਪਾਸਿਓਂ ਸੱਪ ਬੈਠਾ ਸੀਗਾ, ਉਹਨੇ ਡੰਗ ਮਾਰਿਆ ਉਹਨੂੰ, ਉਸ ਸ਼ਿਕਾਰੀ ਵੀ ਮਰ ਗਿਆ। ਉਸੇ ਟਾਈਮ ਉਹਦੇ ਜਦੋਂ ਹੱਥ ਦੇ ਵਿੱਚੋਂ ਤੀਰ ਛੁੱਟਿਆ, ਉਹ ਜਾ ਕੇ ਸਿਰੀ ਤੇ ਵੱਜਿਆ ਸੱਪ ਦੇ, ਸੱਪ ਮਰ ਗਿਆ। ਸੱਚੇ ਪਾਤਸ਼ਾਹ ਕਹਿੰਦੇ ਆਓ ਸਿੱਖੋ,
ਤੁਸੀਂ ਕਹਿ ਰਹੇ ਸੀਗੇ ਦਰਿਆ ਵੱਲ ਕੀ ਦੇਖਦੇ ਹੋ, ਇਹ ਮੱਛੀਆਂ ਵੱਲ ਦੇਖਦੇ ਸੀਗੇ। ਇਹਨਾਂ ਦਾ ਸਮਾਂ ਥੋੜ੍ਹਾ ਹੈ, ਕਾਲ ਨੇੜੇ ਹੈ ਇਹਨਾਂ ਦਾ। ਅਸੀਂ ਇਹ ਦੇਖ ਰਹੇ ਸੀਗੇ ਕੈਸੀ ਨੇਤ ਹੈ ਭਗਵਾਨ ਦੀ। ਇਹਨਾਂ ਹਿਰਨ ਦਾ, ਮੱਛੀ ਦਾ, ਇੱਲ ਦਾ, ਸ਼ਿਕਾਰੀ ਦਾ, ਸੱਪ ਦਾ, ਇਹ ਪੰਜੇ ਜਾਣਿਆਂ ਦਾ ਕਾਲ ਇੱਕੋ ਸਮੇਂ ਵਿੱਚ ਲਿਖਿਆ ਪਰਮਾਤਮਾ ਨੇ, ਇੱਕ ਸਮੇਂ ਦੇ ਵਿੱਚ। ਪਹਿਲਾਂ ਹਿਰਨ ਦੇਖਿਆ ਧਰਤੀ ਤੇ ਲਿਟਿਆ ਪਿਆ, ਮਰਿਆ ਪਿਆ। ਇੱਲ ਦੇਖੀ ਮਰੀ ਪਈ ਆ, ਮੱਛੀ ਦੇਖੀ ਮਰੀ ਪਈ ਆ। ਮਹਾਰਾਜ ਕਹਿੰਦੇ ਚਾਰੋਂ ਜਾਣੇ ਮਰ ਗਏ। ਫਿਰ ਮਹਾਰਾਜ ਕਹਿੰਦੇ ਤੀਰ ਕਿੱਧਰੋਂ ਆਇਆ? ਉਹਦੀ ਸੇਧ ਵੱਲ ਗਏ, ਅੱਗੇ ਜਾ ਕੇ ਦੇਖਿਆ ਸ਼ਿਕਾਰੀ ਵੀ ਮਰਿਆ ਪਿਆ। ਸ਼ਿਕਾਰੀ ਕਿਵੇਂ ਮਰ ਗਿਆ? ਬਿਰਲ ਦੇ ਵਿੱਚ ਦੇਖਿਆ ਸੱਪ ਮਰਿਆ ਪਿਆ। ਫਿਰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਇਹ ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਇਸ ਤਰ੍ਹਾਂ ਹੈ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਕਹਿੰਦੇ ਕਾਲ ਦਾ ਤਮਾਸ਼ਾ ਲੱਗਾ ਪਿਆ। ਕਾਲ ਐਵੇਂ ਝਪਟ ਮਾਰਦਾ ਕਹਿੰਦੇ ਸਭ ਨੂੰ। ਇੱਕੋ ਸਮੇਂ ਦੇ ਵਿੱਚ ਕਹਿੰਦੇ ਪੰਜੇ ਜਣਿਆਂ ਨੂੰ ਲੈ ਗਿਆ ਕਾਲ। ਐਡਾ ਮਹਾਬਲੀ ਹੈ। ਤੇ ਭਗਤ ਕਬੀਰ ਜੀ ਵੀ ਤੇ 10ਵੇਂ ਪਾਤਸ਼ਾਹ ਮਹਾਰਾਜ ਜੀ ਬਾਣੀ ਵਿੱਚ ਰਚਨਾ ਕਰਦੇ ਆ। ਕਹਿੰਦੇ ਵੱਡੇ ਵੱਡੇ ਸੰਸਾਰ ਦੇ ਉੱਤੇ ਆਏ ਪਰ ਅੱਜ ਤੱਕ ਕੋਈ ਮੁੜ ਕੇ ਨਜ਼ਰ ਨਹੀਂ ਆ ਰਿਹਾ। ਰਾਜੇ ਮਹਾਰਾਜੇ ਦੁਨੀਆ ਉੱਤੇ ਬੜੇ ਆਏ ਪਰ ਸਮਾਂ ਪਾ ਕੇ ਸਾਰੇ ਕਾਲ ਨੇ ਖਾ ਲਏ। ਮਹਾਰਾਜ ਜੀ ਆਪਣੀ ਰਚਨਾ ਵਿੱਚ ਐਸਾ ਫਰਮਾਨ ਕਰਦੇ ਆ। ਵੱਡੇ ਵੱਡੇ ਦੁਨੀਆ ਦੇ ਉੱਤੇ ਹੋਏ ਉਹ ਵੀ ਕਾਲੇ ਕਾਲ ਬਲੀ ਨੇ। ਵੱਡੇ ਵੱਡੇ ਦੁਨੀਆ ਦੇ ਉੱਤੇ ਹੋਏ ਉਹ ਵੀ ਕਾਲੇ ਕਾਲ ਬਲੀ ਨੇ। ਦੁਨੀਆ ਦੇ ਉੱਤੇ ਹੋਏ, ਦੁਨੀਆ ਦੇ ਉੱਤੇ ਹੋਏ ਉਹ ਵੀ ਕਾਲੇ ਕਾਲ ਬਲੀ ਨੇ। ਵੱਡੇ ਵੱਡੇ ਜੀ ਦੁਨੀਆ ਦੇ ਉੱਤੇ ਹੋਏ ਉਹ ਵੀ ਕਾਲੇ ਕਾਲ ਬਲੀ ਨੇ। ਕਾਲੇ ਦੀ ਕਾਲ ਬਲੀ ਨੇ ਉਹ ਵੀ ਕਾਲੇ ਜੀ ਕਾਲ ਬਲੀ ਨੇ। ਕਾਲੇ ਜੀ ਕਾਲ ਬਲੀ ਨੇ ਵੀ ਕਾਲੇ ਜੀ ਕਾਲ ਬਲੀ ਨੇ। ਵੱਡੇ ਵੱਡੇ ਜੀ ਦੁਨੀਆ ਦੇ ਉੱਤੇ ਹੋਏ, ਦੁਨੀਆ ਦੇ ਉੱਤੇ ਹੋਏ, ਦੁਨੀਆ ਉੱਤੇ ਹੋਏ ਉਹ ਵੀ ਕਾਲੇ ਕਾਲ ਬਲੀ ਨੇ। ਵੱਡੇ ਵੱਡੇ ਜੀ ਦੁਨੀਆ ਦੇ ਉੱਤੇ ਹੋਏ ਉਹ ਵੀ ਕਾਲੇ ਕਾਲ ਬਲੀ ਨੇ।
गोबिंद सिंह साहब महाराज जी अपनी रचना विच लिखते हैं, सच्चे पातशाह बचन करते हैं, एक शिव भये एक गए एक फेर पए, रामचंद्र कृष्ण के अवतार भी अनेक है। महाराज कहते तुसीं कहने एक शिव जी है, कई बारी शिव जी संसार दे उत्ते आए, कई बारी गए। एक शिव भये एक गए एक फेर पए, रामचंद्र कृष्ण के अवतार भी अनेक है। कहते ने भगवान रामचंद्र जी कई बारी संसार दे उत्ते आए ते कई बारी संसार दे उत्तों गए ने। रामचंद्र कृष्ण के अवतार भी अनेक हैं। तुसीं कहने हो ब्रह्मा एक है, पर दसम पातशाह महाराज जी अपनी रचना विच कहंदे आ ब्रह्मा विष्णु केते। कहंदे ब्रह्मा कई बारी संसार दे उत्ते आए कई बारी गए। विष्णु किन्नी बारी संसार उत्ते आए किन्नी बारी संसार तो गए। दसम पातशाह लिखते हैं ब्रह्मा विष्णु केते वेद ओ प्राण केते, सिमरत समूहन कह होए होए बताए हैं। अगे महाराज जी बचन करते हैं, अंसा अवतार केते अश्विनी कुमार केते, काल बस पए हैं। महाराज जी कहते किन्ने संसार दे उत्ते अवतार आए, किन्ने संसार दे उत्ते संसार उत्तों गए, इहदी कोई गिनती मिनती नहीं। बड़े बड़े छत्रधारी, छत्र ही की छाया सब कोस चलत है, जोगी जति ब्रह्मचारी। बड़े बड़े जोगी जिहड़े योग करते हैं, दसम द्वार दे विच अपने श्वास चढ़ा के श्वासां नूं रोक देंदे हैं। सच्चे पातशाह जी कहते वो भी समा पा के संसार तो चले गए। जोगी जति जिहड़े घर बार छड्ड के पदार्थ छड्ड के जति बन जाते हैं, जोगी जति। ब्रह्मचारी जिहड़े ब्रह्म दे विच लीन होण वास्ते ब्रह्माकार कालपुरख वाहिगुरू की आराधना करते हैं, जोगी जति ब्रह्मचारी। बड़े बड़े छत्रधारी जिन्हां दे सिरां दे उत्ते महाराज जी कहते कई कई छत्र झूलदे सीगे, वो भी संसार दे उत्तों चले गए। जोगी जति ब्रह्मचारी बड़े बड़े छत्रधारी, छत्र ही की छाया सब कोस चलत है। इत्थे महाराज जी प्रमाण दिंदे आ रावण जैसे। कहते जदों रावण अपने महलों दे विच दी बाहर निकलदा सी ना, 12 जोजन, तां कहते 12 जोजन जगह दे विच छतर लग जाते सी भी रावण ने इत्थों दी लंघना। भाव कि इन्नी उहदी ठाठ बाठ सीगी, इन्नी चढ़ाई सीगी, इन्ने पदार्थ सीगे रावण दे पास। सच्चे पातशाह बचन करते हैं कि रावण एडा वड्डा सीगा कि 12 जोजन छतर चला था, देही गिरजन खाई। कहते जिहदे दर दे उत्ते जिवें अपना दरवाजा ना, दरबार साहिब दा दरवाजा 1 है 2 है 3 है, इस तरह कहते उहदी सोने दी लंका दे अगे दरवाजे बने हुए सीगे ते दरवाजियां दे अगे हाथी झूलदे रहिंदे सीगे हर वेले। 12 जोजन छतर चलै था। इन्ना सोने दी लंका, एडा वड्डा विद्वान, गुण सारे गुरु ग्रंथ साहिब की बाणी ने लिखे ने। अत सुंदर कुलीन चतर मुख अंग्यानी धनवंत, सोहना रज के जिहदे वर्गा सोहना दुनिया विच नहीं होया कोई। अत सुंदर कुलीन, उच्ची कुल दा, चतर, इन्ना चतर सीगा कि सीता नूं कोई जंग युद्ध शस्त्र दा जंग नहीं किता, जोगी बन के भेखी बन के उठा लिया, एडा चतर सीगा। अत सुंदर कुलीन चतर मुख अंग्यानी धनवंत। 4 वेद 6 शास्त्र उहदे मूँह जवानी कंठ सीगे, जिन्हों ज्ञानी कहंदे ने। ज्ञानी कहंदे ने जिहदे कोल ज्ञान है, एडा वड्डा ज्ञानी। अत सुंदर कुलीन चतर मुख अंग्यानी धनवंत। पर सच्चे पातशाह जी की बचन करते हैं, ये सारा कुछ होने के बावजूद भी कहते उन्हों जिहड़ा रिजल्ट की मिलिया, मृतक कही है नानका जे प्रीत नहीं,
ਭਗਵੰਤ परमात्मा ਨੂੰ ਭਗਵਾਨ राम ਨੂੰ ਸਮਝ ਨਹੀਂ ਸਕਿਆ। एडी ਵੱਡੀ ਅਵੱਗਿਆ करके इन्ना कुछ होने के बावजूद भी संसार तो इवें चला गया। सच्चे पातशाह दा बाणी विच इत्थे तक वचन करदे आ, कहंदे मूर्ख रावण क्या ले गया। कहंदे मूर्खां दे विच गिनती करदे ने, कहंदे सारा कुछ कोल सीगा पर भगवान रामचंद्र जी नूं समझ नहीं सकिया, संसार तो खाली चला गया। मूर्खां दे विच गिनती लाई है परमात्मा ने। सो इस करके लोड़ है साध संगत जी आपां नूं समझण दी कि संसार दे उत्ते बड़े बड़े आए हैं। गुलकलगीधर पातशाह वारा ने सारियां दी गिनती अपने सवैये दे विच कीती है कि भाई इन्ने संसार दे उत्ते बड़े बड़े राजे महाराजे चक्रधारी बादशाह दुनिया उत्ते आके चक्रवर्ती राजे, जिवें आपां ते इक पंजाब दा समझदे आ ना भी राजा जिहड़ा जिथे जांदा उत्थे ही उहदा राज हुंदा, उहनूं चक्रवर्ती राजा कहंदे ने। जिथे भी जाएगा उत्थे ही राज आ उहदा। वो भी संसार दे उत्तों महाराज जी कहंदे चले गए। इस करके संसार जिहड़ा साध संगत जी ये मिथ्या है, इत्थे कोई रहा नहीं, किसी ने रहना नहीं। जिन्ना जिन्ना समा परमात्मा ने सबनों दिता है, गण घाले सब दिवस सास, नह बढ़न घटन तिलसार। ये सवास जिन्ने भी मिले हुए हैं ना आपां नूं, जिवें घड़ा हुंदा पानी दा भरिया होया, ਉਹਨੂੰ ਤਰੇੜ आ जाती है, पानी एक एक बूंद करके सिम सिम के सारा घड़ा खाली हो जाता है। इस तरह अपना शरीर है घड़ा, तो अमरां दे उमरां दी रूपी तरੇੜ आई हुई है, इनू सवासां दे रूपी सवास पाए हुए हैं परमात्मा ने। एक एक सवास करके इहदे विचों लंघ रहा है। वो भी समा आना है जिद्दन ये घड़ा है शरीर खाली पिया होना है, खाली हो जाना इन्हें। इस तरह करके महाराज पातशाह जी कहते ने भाई संसार दे उत्ते कोई रहा नहीं, किसी ने रहना नहीं। अपने समय नूं अपनी जिंदगी नूं सफला कर लेना चाहिए। की करना चाहिए जो गुरु साहिब जी वचन करते हैं, इहां खाट चलो हर लाहा आग्या बसन सुहेला। इत्थे कर्म यह जे कर लै, जिवें भगत कबीर जी का वचन है, कबीर जा तू जन्मया जगत में जग हसे तुम रोए। जो बच्चा जन्म लैंदा उदों कहंदे जन्म लैंदे ही बच्चा रोंदा है, पर संसार जिहड़ा वो सारा जिहड़ा खुशियां दे विच लड्डू वंडदा खुश हुंदा है, पर बच्चा रो रहा हुंदा। भगत कबीर जी कहंदे जदों आए सीगे उदों रोए आ, संसार हसदा सीगा। पर कहंदे संसार दे विच इहो जी करनी कर जा, इहो जे कर्म करके जाई कि दुनिया दे विच लोग तेरे कम्मां नूं चेते कर करके रोया करन भी कोई होया दुनिया दे विच। कबीर जा तू जन्मया जगत में जग हसे तुम रोए, ऐसे ही करनी कर चलो प्यारे तुम हसो जग रोए। इहो जी करनी करके जाइए साध संगत जी, जिहड़ा अपना संसार दे उत्ते आया सफला हो जावे, दरगाह दे विच भी आपां नूं थां मिले, ऐसी करनी करके जाइए। गुरु महाराज पातशाह जी आपां नूं वार वार संबोधन करते हैं, ऐसी करनी कर चलो प्यारे तुम हसो जग रोए। ये संसार दे उत्ते आपां जिहड़े कर्म कर रहे हैं ना, इन्हां दा रिजल्ट तां बाद दे विच पता लगना जाके आपां नूं। क्योंकि जिवें हुण आपां खेतां दे विच बीज पाने आ, सवेरे बीज पा के शाम नूं पुੱਟ लईए फिर तां कुछ नहीं ना पता लगना। अज जिहड़ा आपां कर्म कोई भी हत्थां दे नाल अखां दे नाल पैरां दे नाल चल के करदे आ, महाराज जी कहंदे समा पा के फिर ये वड्ढना भी पेगा, आपे बीज आपे ही खाओ। फिर ਜਿਹੇ जे भी आपां कर्म करदे आ, जे सत संगत कीती होएगी, फिर महाराज जी कहंदे तैनों जे तू किते बाणी दा नितनेम कीता होएगा, सेवा कीती होएगी, किते आके भांडे मांजे होणगे गुरु चरणां विच, जिते तप्पड़ झाड़े होणगे, किते पोचे झाड़ू आदਿਕ लाया होएगा, पर आपां लांदे नहीं। सतगुरु जी तां कहंदे ने आवो आके भाई सेवा करो, सेवा वर्गी होर कोई भी दुनिया दे विच मिसाल नहीं। पर सच्चे पातशाह जी कहंदे जन्म सफला ही तां होना जे आपां ये कर्म करांगे। इन्हां तो बिना जिहड़ा शरीर दा भला नहीं होना, बिन सेवा ਧਰਿਗ हथ पैर होर निहफल करनी। कहते बिना सेवा तो तेरे हत्थां नूं भी तिरकार है, लाणत है कहते तेरे इहो जिहे हत्थां नूं जे सेवा ही नहीं कीती।
तेरे पैरां नूं तिरकार है जिहड़े चल के कदे संगत विच ही नहीं आए। तेरे मत्थे नूं तिरकार है जिहड़ा कदे गुरु ग्रंथ साहिब अगे झुकिया ही नहीं। तेरियां अखां तेरे सारे शरीर दे रोमां नूं तिरकार है जे तू कदे बाणी पढ़ी नहीं, सत्संगत कीती नहीं। तां करके भगत कबीर जी ने बार बार कथन किया है, कबीर एक घड़ी आदि करी, आदि हूं ते आद, भगतन सेती गोष्ठे जो किन्ने सो लाभ। गुरु महाराज पातशाह जी कहते आ घड़ियां जिहड़ियां सत्संग दियां ना यही तीनों बैकुंठां दे विच लैके जाणगियां। आओ शब्द पढ़िए फिर समाप्ति करिए। 12:30 बजे तक हुक्म सीगा, समा होया समाप्ति का। भगत कबीर जी का शब्द सारे गज वज के शब्द विच बोल के अपनी रसना नूं पवित्र करते रहा करो जी। तैनों लै जूगी बैकुंठा मना मेरिया, घड़ी सत संग दे। तैनों लै जूगी बैकुंठ मना मेरिया, घड़ी सत संग दे। मना मेरे बैकुंठ मना मेरे, एक घड़ी सच संग दे। तैनों लै जूगी बैकुंठ मना मेरे, एक घड़ी सच संग दे। मेरे ककड़े आदि करे, आदि हूं ते आद, भगतन सेती गोश जो किन्ने सो लाभ। इस करके बाबा कबीर जी बार बार सानू कह रहे हैं, भाई एक घड़ी कहते जैसा संगत की कीती होएगी तां तैनूं बैकुंठा दे विच लै जाएगी। समा समाप्ति दा होया नहीं तां आपां इस ते भी विचार करदे। सो इस करके साध संगत जी सत्संगत करके, सेवा करके, सिमरन करके, नाम जप के जीवन का भला होना। नहीं तो फिर महाराज जी बचन करते हैं, भाई जेड़े नहीं सिमरन करते, नहीं बाणी पढ़ते, नहीं गुरु वाला बनते, जेड़े कहते ने खा लो पी लो ये जग मिठा अगला कहने डिठा, उन्होंने वास्ते गुरु महाराज जी कहते मनमुख आवे मनमुख जावे, मनमुख फिर चोटा खावे। जितने नरक जे है ने तां ही लिखिया महाराज ने, जितने नरक से मनमुख भोगै गुरमुख लेपना मासा ही। जेड़े गुरु की मत धारण करके खंडे बाटे का अमृत छक के अमृत वेले उठ के इशनान करके बाणी नितनेम सिमरन करते हैं, उन्होंने महाराज जी कहते हैं गुरमुख लेपना मासा ही। इशारे मात्र भी कहते उन्होंने दुख नहीं होएगा जेड़े रब नाल जुड़े रहणगे। ਜਿਹੜੇ मन ਭਾਂਦੀਆਂ ਗੱਲਾਂ ਕਰਨਗੇ, कोई लोड़ नहीं संगत करन दी, कोई लोड़ नहीं बाणी पढ़न दी, कोई लोड़ नहीं जाके गुरु करे भी असीं झाड़ू लाइए असीं पोचे लाइए, नहीं। साध संगत जी इत्थे दा तां महाराज जी कहंदे पतत पावन हर बिरध सदाए कतिल नहीं भन्नै घाले। इत्थे तां कहंदे सरों दा तिल भी जे चक के इधर तो उधर कीता होएगा ना तां कहंदे वो भी बिरथ नहीं जाना। पर अफसोस असीं जिन्ने सियाणे हुंदे जा रहे हैं उन्ने सेवा तो बहुत दूर चले गए असीं, सेवा तो बहुत दूर हो गए हैं। सेवा करन अज हदक समझदे आपां। हुण समा नहीं है, गुरु घर दे ऐसे ऐसे श्रद्धालु होए हैं जिन्हां नूं नवाबियां मिलदियां सीगियां बादशाह दे दरबार विच,
ठोकर मार के कहते गुरु घर दे झाड़ू दे बराबर नहीं नवाबियां, झाड़ू दे बराबर। हुण झाड़ू किधर गया? हुण सेवा नहीं रही, सिमरन नहीं रहा, बंदगी नहीं रही, गल्लां रह गईयां अपने कोले। सो इस करके सेवा करा करो, जिथे मौका मिले जाण दा लंगर वरताया करो, लंगर बनाने की सेवा करा करो। तप्पड़ झाड़न की, झाड़ू की सेवा, बर्तनों की सेवा, थोड़ी सेवा है किते जिन्हें करनी होवे। जिन्हें लुक्स कढ़ने होण तो जिथे मर्जी कढ़ लो जाके, पर सेवा करनी औखी है गुरु घर की। सो इस करके बेनती है भाई, गुरु साहब ने जन्म बख्शिया, बड़ी मोहलक दात है रब दी, इहनूं पा के जाई ना गवाईए। जिवें दिन आ रहा उवें रात लंघ रही है, इस तरह जिंदगी लंघ जानी है। सो इहनूं सफला कर लेना चाहिए। इतनियां कोई बेनतियां प्रवान करनियां। सो बहुत ही सत्कारयोग सरदार पाल सिंह जी ने श्वास दे के गुरु साहब जी ने संसार ते भेजा सीगा। परमात्मा के दिते हुए श्वासां नूं वरतदिआं, पूरा करदिआं, भोगदिआं संसार तो कुछ दिन पहला कूच कर गए हैं। उन्हां दे भले वास्ते उन्हां दे बच्चिआं ने, समुचे परिवार ने गुरु साहब के चरणों का उटा सारा लैके अपने सत्कारयोग पिता के भले वास्ते गुरबाणी के श्री सहज पाठ, गुरबाणी के कीर्तन, गुरु के लंगरां की सेवा करके गुरु साहब के बचनों को कमाया। आओ गुरु चरणों में सारिਆਂ ने हथ जोड़ के अरदास करनी है। लेखा कतै न छुट्टी है, खिन खिन भुलन हार, बख्शन हार बख्श लै नानक पार उतार। महाराज जी इस जीव का तो कर्म ही है, भुलन अंदर सब को भुल गुरु करतार। साडा सुभाव असीं छिन छिन भुलदे हां, तुसीं बख्शांदो। किरपा करके सरदार पाल सिंह उन्होंने बख्श लैना, अपने चरणों में निवास। किसी बच्चों को, परिवारों को भाड़ा मंदा बल बख्शना। आओ इतनियां को बेनतियां प्रवान करनियां जी। भुलां चुकां दी खिमा। श्री आनंद साहब का पाठ करिए, फिर अरदास हुक्मनामे साहब सरवण करके कड़ा प्रसादी देग लैके गुरु के लंगर का प्रसादा जिन्होंने हले तक नहीं छकिया, गुरु के लंगर का प्रसादा छक के फिर वाहिगुरू वाहिगुरू जपने अपने घरां नूं चाला पाना है। राम कली महला तीजा, आनंद एको ओंकार तु गुर प्रसाद। आनंद पिया मेरी माए, सत गुरु मैं पाया। सागर तन परिवार भरी शब्द गावण आईयां। कह नानक आनंद आ, सत गुरु मैं पाया। हर नाल रो तू मन मेरे, दुख सब विसारना। नागला समरथ स्वामी, सो क्यों मन हो विसारे। साचे साहिबा क्या नहीं करते रह। सिद्ध सलाह तेरी नाम मन वसावे। कह नानक सच्चे साई क्या नहीं करते रह साचा। कर जात सुख माने आए वसया, जिन इच्छा सब पुजाइया। कह नानक सुनो संत शब्द रो प्यारो साचा। कर पागै शब्द वाजे, कला जित कर तारिया। सुर कर्म पाया तुझ जिनको, नाम हर के लागे। अंत सुनो वड भागी हो, सागल मनोरथ पूरे। दोहरो संताप सोनी सच्ची बाणी। सुनते पुणित कहते वे सतगुर रहा भरपूरे। पवन गुरु पानी पिता
ਮਾਤਾ ਦਰਦ ਮਹਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਪੈ ਅਰਦਾਸ